हाँ जी स्टूडेंट्स, एडवांटेजेस देखो हिंदू अनडिवाइडेड फैमिली बिजनेस दियाँ। फर्स्ट वन इज़ अ क्विक डिसीजन एज द करता मैनेजेस एंड कंट्रोल्स ऑल द अफेयर्स ऑफ द बिजनेस एंड इज़ फ्री टू टेक एनी डिसीजन। ਜਿਹੜਾ ਬਿਜ਼ਨਸ ਨੂੰ ਚਲਾਉਣ ਵਾਲਾ ਹੁੰਦਾ, ਹਿੰਦੂ ਫੈਮਿਲੀ ਬਿਜ਼ਨਸ ਨੂੰ ਚਲਾਉਣ ਵਾਲਾ, ਉਹਨੂੰ ਅਸੀਂ ਕਰਤਾ ਬੋਲਦੇ ਹਾਂ। ਇਹ ਕੌਣ ਹੁੰਦਾ? ਐਲਡੈਸਟ ਮੇਲ ਮੈਂਬਰ ਹੁੰਦਾ ਫੈਮਿਲੀ ਦਾ। ਇਹ ਫਰੀਲੀ ਕੋਈ ਵੀ ਡਿਸੀਜ਼ਨ ਲੈ ਸਕਦਾ ਅਤੇ ਬਿਜ਼ਨਸ ਨੂੰ ਕੰਟਰੋਲ ਕਰਦਾ ਵਾ। ਇਟ ਰਿਜ਼ਲਟਸ ਇਨ ਕੁਇਕ ਡਿਸੀਜ਼ਨਸ। ਹੁਣ ਜੇ ਕੋਈ ਪਰਸਨ ਆ, ਉਹਨੇ ਕਿਸੇ ਤੋਂ ਪੁੱਛ ਕੇ ਕੰਸਲਟ ਕਰਕੇ ਕੋਈ ਫੈਸਲਾ ਨਹੀਂ ਲੈਣਾ ਤਾਂ ਬਹੁਤ ਉਹ ਆਸਾਨੀ ਨਾਲ ਅਤੇ ਬਹੁਤ ਜਲਦੀ ਨਾਲ ਫੈਸਲੇ ਲੈ ਸਕਦਾ। ਦ ਕੁਇਕ ਡਿਸੀਜ਼ਨਸ ਆਰ ਟੇਕਨ ਟੂ ਮੇਕ ਯੂਜ਼ ਆਫ ਦ ਅਵੇਲਿੰਗ ਓਪਰਚੁਨਿਟੀਜ਼। ਹੁਣ ਇਹਦੇ 'ਚ ਇਹ ਦੱਸਿਆ ਗਿਆ ਕਿ ਜਿਹੜਾ ਬੰਦਾ ਜਲਦੀ ਨਾਲ ਫੈਸਲੇ ਲੈ ਸਕਦਾ, ਦੈਟ ਮੀਨਸ ਜਿੰਨੀਆਂ ਉਹਨੂੰ ਅਵੇਲੇਬਲ ਓਪਰਚੁਨਿਟੀਜ਼ ਨੇ ਜਾਂ ਮੌਕੇ ਨੇ ਬਿਜ਼ਨਸ ਨਾਲ ਸੰਬੰਧਿਤ ਕੋਈ ਵੀ, ਤਾਂ ਉਹ ਈਜ਼ੀਲੀ ਉਹਨਾਂ ਨੂੰ ਗ੍ਰੈਬ ਕਰ ਸਕਦਾ। ਨੈਕਸਟ ਇਜ਼ ਫਰੀडम in choice of business. Karta enjoys the complete freedom in the choice of business. Like sole trader, he can also switch over from one kind of business to another. ਜਿਵੇਂ ਆਪਾਂ ਕਹਿੰਦੇ ਸੋਲ ਟਰੇਡਰ ਬਿਜ਼ਨਸ ਦੇ ਵਿੱਚ ਪੜ੍ਹਿਆ, ਜਿਹੜਾ ਸੋਲ ਪ੍ਰੋਪਰਾਈਟਰ ਹੁੰਦਾ ਵਾ ਉਹ ਵੀ ਕੀ ਕਰ ਸਕਦਾ, ਇੱਕ ਬਿਜ਼ਨਸ ਨੂੰ ਬੰਦ ਕਰਕੇ ਦੂਜਾ ਆਸਾਨੀ ਦੇ ਨਾਲ ਓਪਨ ਕਰ ਸਕਦਾ। ਉਹਨੂੰ ਪ੍ਰੋਪਰ ਜਾਂ ਕਹਿ ਲਈਏ ਕੰਪਲੀਟ ਫਰੀडम ਮਿਲੀ ਹੁੰਦੀ ਹੈ ਬਿਜ਼ਨਸ ਨੂੰ ਚੂਜ਼ ਕਰਨ ਦੇ ਵਿੱਚ। ਨੋ ਲੀਗਲ ਫਾਰਮੈਲਿਟੀਜ਼। While setting up Hindu undivided family business, no legal formalities are required to be complied with. ਜਦੋਂ ਅਸੀਂ ਹਿੰਦੂ ਅਨਡਿਵਾਈਡਡ ਫੈਮਿਲੀ ਬਿਜ਼ਨਸ ਨੂੰ ਓਪਨ ਕਰਨਾ ਵਾ ਤਾਂ ਇਹਦੇ ਲਈ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨੀ ਪੈਂਦੀ। ਈਵਨ ਬਿਜ਼ਨਸ ਕੈਨ ਬੀ ਬਰੋਟ ਟੂ ਐਨ ਐਂਡ ਵਿਦਾਊਟ ਐਨੀ ਲੀਗਲ ਓਬਲੀਗੇਸ਼ਨ, ਜਸਟ ਐਜ਼ ਇਨ ਦ ਕੇਸ ਆਫ ਸੋਲ ਪ੍ਰੋਪਰਾਈਟਰਸ਼ਿਪ। ਕਹਿੰਦੇ ਜਿਵੇਂ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਨੂੰ ਵੀ ਅਸੀਂ ਬਿਨਾਂ ਕਿਸੇ ਯਾਨੀ ਕਿ ਲਿਖਤੀ ਰੂਪ ਦੇ ਵਿੱਚ ਕੋਈ ਕਾਨੂੰਨੀ ਕਾਰਵਾਈ ਕੀਤੇ ਬਿਨਾਂ ਬੰਦ ਕਰ ਸਕਦੇ ਹਾਂ, ਉਸੇ ਤਰੀਕੇ ਨਾਲ ਜਿਹੜਾ ਹਿੰਦੂ ਅਨਡਿਵਾਈਡਡ ਫੈਮਿਲੀ ਬਿਜ਼ਨਸ ਆ ਉਹਨੂੰ ਵੀ ਅਸੀਂ ਬੰਦ ਕਰ ਸਕਦੇ ਹਾਂ। ਨੈਕਸਟ ਇਜ਼ ਲਿਮਟਿਡ ਲਾਇਬਿਲਿਟੀ। In Hindu undivided family business, the liability of all the members is limited to the extent of their shares in the property of the family. ਹੁਣ ਜਿਹੜਾ ਹਿੰਦੂ ਅਨਡਿਵਾਈਡਡ ਫੈਮਿਲੀ ਬਿਜ਼ਨਸ ਹੁੰਦਾ, ਇਹਦੇ ਜਿੰਨੇ ਵੀ ਮੈਂਬਰ ਹੁੰਦੇ ਨੇ, ਠੀਕ ਆ, ਮਤਲਬ ਕਰਤਾ ਨੂੰ ਛੱਡ ਕੇ, ਉਹਨਾਂ ਸਾਰਿਆਂ ਦੀ ਲਾਇਬਿਲਿਟੀ ਲਿਮਟਿਡ ਹੁੰਦੀ ਆ। ਕਿੰਨੇ ਤੱਕ? ਜਿੰਨਾ ਉਹਨਾਂ ਦੀ ਪ੍ਰੋਪਰਟੀ ਦੇ ਵਿੱਚ ਹਿੱਸੇਦਾਰੀ ਆ, ਸ਼ੇਅਰਸ ਨੇ, ਠੀਕ ਆ। ਦ ਲਾਇਬਿਲਿਟੀ ਆਫ ਦ ਕਰਤਾ ਇਜ਼ ਅਨਲਿਮਟਿਡ। ਜਿਹੜਾ ਲਾਇਬਿਲਿਟੀ ਆ ਕਰਤਾ ਦੀ ਆ ਉਹ ਅਨਲਿਮਟਿਡ ਹੁੰਦੀ ਆ, ਠੀਕ ਆ। ਨੈਕਸਟ ਕੀ ਆ? ਸੀਕਰੇਸੀ। All the decisions are taken by Karta himself, so he is in a position to preserve the trade secrets to himself. ਇਹਦੇ ਵਿੱਚ ਸਾਰੇ ਫੈਸਲੇ ਕੌਣ ਲੈਂਦਾ? ਕਰਤਾ ਹੀ ਲੈਂਦਾ ਵਾ। ਸੋ ਇਸ ਕਰਕੇ ਉਹ ਇਸ ਪੋਜੀਸ਼ਨ 'ਚ ਹੁੰਦਾ ਕਿ ਜਿੰਨੇ ਵੀ ਬਿਜ਼ਨਸ ਨਾਲ ਰਿਲੇਟਡ ਸੀਕਰਟਸ ਨੇ ਉਹ ਆਪਦੇ ਤੱਕ ਪ੍ਰੀਜ਼ਰਵ ਕਰਕੇ ਰੱਖ ਸਕਦਾ, ਸੇਵ ਕਰਕੇ ਰੱਖ ਸਕਦਾ। ਨੈਕਸਟ ਇਜ਼ ਕ੍ਰੈਡਿਟ ਵਰਥੀਨੈਸ। ਮਨੀ ਇਜ਼ ਰਿਕੁਆਇਰਡ ਫॉर ਐਵਰੀ ਬਿਜ਼ਨਸ। ਹਰ ਇੱਕ ਕੰਮ ਦੇ ਲਈ ਪੈਸਾ ਬਹੁਤ ਜ਼ਰੂਰੀ ਆ, ਠੀਕ ਆ। ਸੋ ਦੇਅਰ ਆਰ ਮੋਰ ਕ੍ਰੈਡਿਟ ਫੈਸਿਲਿਟੀਜ਼ ਇਨ ਹਿੰਦੂ ਅਨਡਿਵਾਈਡਡ ਫੈਮਿਲੀ। ਹੁਣ ਜਿਹੜਾ ਇਹ ਬਿਜ਼ਨਸ ਆ ਇਹਨਾਂ ਦੇ ਲਈ ਕਾਫੀ ਕ੍ਰੈਡਿਟ ਫੈਸਿਲਿਟੀ ਅਵੇਲੇਬਲ ਹੁੰਦੀ ਆ। ਉਹਦਾ ਰੀਜ਼ਨ ਕੀ ਆ? ਬਟ ਇਟ ਇਜ਼ ਦ ਕਰਤਾਜ਼ ਅਨਲਿਮਟਿਡ ਲਾਇਬਿਲਿਟੀ ਦੈਟ ਹੈਲਪਸ ਇਨ ਰੇਜ਼ਿੰਗ ਦ ਲੋਨਸ। ਹੁਣ ਦੇਖੋ ਬਾਕੀ ਫੈਮਿਲੀ ਮੈਂਬਰਸ ਜਿਹੜੀ ਲਾਇਬਿਲਿਟੀ ਉਹ ਲਿਮਟਿਡ ਆ ਅਪ ਟੂ ਦੇਅਰ ਸ਼ੇਅਰਸ ਇਨ ਦ ਪ੍ਰੋਪਰਟੀ, ਰਾਈਟ। ਨੈਕਸਟ ਕੀ ਆ? ਜਿਹੜਾ ਕਰਤਾ ਵਾ ਉਹਦੀ ਜਿਹੜੀ ਲਾਇਬਿਲਿਟੀ ਆ ਉਹ ਕੀ ਹੁੰਦੀ ਆ? ਅਨਲਿਮਟਿਡ ਹੁੰਦੀ ਆ, ਠੀਕ ਆ। ਦੈਟ ਮੀਨਸ ਜੇ ਕਦੇ ਨੁਕਸਾਨ ਹੋਊਗਾ ਵੀ ਡੈਟ ਪੇ ਕਰਨ ਦੇ ਲਈ ਪ੍ਰੋਪਰਟੀ ਵੀ ਉਹ ਜਿਹੜੀ ਪਰਸਨਲ ਪ੍ਰੋਪਰਟੀ ਉਹ ਅਟੈਚ ਹੋ ਸਕਦੀ ਆ। ਸੋ ਔਨ ਦ ਅਦਰ ਹੈਂਡ ਇਟ ਇਜ਼ ਅ ਸਟੇਬਲ ਐਂਡ ਕੰਟੀਨਿਊਸ ਬਿਜ਼ਨਸ ਐਂਡ ਕ੍ਰੈਡੀਟਰਸ ਡੂ ਨਾਟ ਹੈਜ਼ੀਟੇਟ ਟੂ ਐਕਸਟੈਂਡ ਲੋਨਸ ਐਂਡ ਕ੍ਰੈਡਿਟਸ। ਦੂਜਾ ਕਾਰਨ ਇਹ ਵੀ ਆ ਕਿ ਜਿਹੜਾ ਇੱਕ ਬਿਜ਼ਨਸ ਆ ਇੱਕ ਸਟੇਬਲ ਅਤੇ ਕੰਟੀਨਿਊਸ ਬਿਜ਼ਨਸ ਆ, ਇਹ ਕਦੇ ਬੰਦ ਨਹੀਂ ਹੁੰਦਾ। ਸੋ ਜਿਸ ਕਾਰਨ ਕਰਕੇ ਜਿਹੜੇ ਕ੍ਰੈਡੀਟਰ ਨੇ, ਮਤਲਬ ਜਿਹੜੇ ਉਧਾਰ ਦੇਣ ਵਾਲੇ ਲੋਕ ਆ, ਉਹ ਹੈਜ਼ੀਟੇਟ ਨਹੀਂ ਕਰਦੇ, ਮਤਲਬ ਝਿਜਕ ਮਹਿਸੂਸ ਨਹੀਂ ਕਰਦੇ ਲੋਨ ਦੇਣ ਤੋਂ ਜਾਂ ਕ੍ਰੈਡਿਟ ਦੇਣ ਤੋਂ, ਠੀਕ ਆ। ਨੈਕਸਟ ਇਹਦੇ ਵਿੱਚ ਹੈਗਾ ਵਾ 7th ਪੁਆਇੰਟ, ਇਕੋਨਮੀ ਇਨ ਬਿਜ਼ਨਸ। all the activities of the business are controlled by ਕਰਤਾ and other family members. ਬਿਜ਼ਨਸ ਨੂੰ ਚਲਾਉਣ ਦਾ ਸਾਰਾ ਕੰਮ ਜਾਂ ਮੈਨੇਜ ਕਰਨ ਦਾ ਸਾਰਾ ਕੰਮ ਜਾਂ ਤਾਂ ਕਰਤਾ ਕਰਦਾ ਜਾਂ ਨਾਲ ਦੇ ਫੈਮਿਲੀ ਮੈਂਬਰਸ ਕਰਦੇ ਆ। ਸੋ ਦੇਅਰ ਇਜ਼ ਨੋ ਨੀਡ ਆਫ ਐਨੀ ਪੇਡ ਇੰਪਲੋਈ। ਤਾਂ ਉਹਨਾਂ ਨੂੰ ਕੋਈ ਵੀ ਤਨਖਾਹ ਦੇ ਉੱਪਰ ਇੰਪਲੋਈ ਰੱਖਣ ਦੀ ਲੋੜ ਨਹੀਂ ਹੈਗੀ। ਮੋਰ ਓਵਰ ਦੇ ਸਪੈਂਡ ਮਨੀ ਵਿਦ ਗ੍ਰੇਟ ਕੌਸ਼ਨ ਐਂਡ ਇਕੋਨਮੀ। ਇਸ ਤੋਂ ਇਲਾਵਾ ਵੈਸੇ ਵੀ ਉਹ ਪੈਸਾ ਬਹੁਤ ਹੀ ਜ਼ਿਆਦਾ ਸਾਵਧਾਨੀ ਨਾਲ ਵਰਤਦੇ ਆ, ਬਹੁਤ ਹੀ ਜ਼ਿਆਦਾ ਜਿਵੇਂ ਕਹਿੰਦੀ ਘੱਟ ਤੋਂ ਘੱਟ ਖਰਚਾ ਕਰਦੇ ਆ। ਨੈਕਸਟ ਹੈਗਾ ਕੰਟੀਨਿਊਟੀ। Since death, insanity or insolvency of Karta or family members do not affect the existence of Hindu undivided family business. ਜੇ ਮੰਨ ਲਓ ਕਿਸੇ ਕਰਤਾ ਦੀ ਜਾਂ ਕਿਸੇ ਫੈਮਿਲੀ ਮੈਂਬਰ ਦੀ ਡੈਥ ਹੋ ਜਾਂਦੀ ਹੈ, ਇਨਸੈਨਿਟੀ ਮਤਲਬ ਜਾਂ ਦਿਮਾਗੀ ਤੌਰ 'ਤੇ ਪਾਗਲ ਹੋ ਜਾਂਦਾ ਪਰਸਨ ਜਾਂ ਇਨਸੋਲਵੈਂਸੀ ਹੋ ਜਾਂਦੀ ਆ, ਤਾਂ ਵੀ ਇਹ ਬਿਜ਼ਨਸ ਬੰਦ ਨਹੀਂ ਹੁੰਦਾ।
इट इज़ अ कॉन्टीन्यूस एंड मोर स्टेबल फॉर्म एज कंपेयर टू सोल प्रोपराइटरशिप और पार्टनरशिप। जे बाकी दोनों के नाल आपां इहनूं कंपेयर करिए हिंदू फैमिली बिजनेस नूं ਤਾਂ ਇਹ ਜ਼ਿਆਦਾ ਸਟੇਬਲ ਆ ਕਿਹਦੇ ਨਾਲੋਂ ਸੋਲ ਪ੍ਰੋਪਰਾਈਟਰ ਨਾਲੋਂ ਵੀ ਤੇ ਪਾਰਟਨਰਸ਼ਿਪ ਦੇ ਨਾਲੋਂ ਵੀ। ਠੀਕ ਆ। 9th ਪੁਆਇੰਟ ਦੇਖੋ ਡਿਸਿਪਲਿਨਡ ਮੈਨੇਜਮੈਂਟ। ਕਰਤਾ ਇਜ਼ ਓਵਰਆਲ ਇਨ ਚਾਰਜ ਆਫ ਦ ਬਿਜ਼ਨਸ, ਹੀ ਇਜ਼ ਆਲਸੋ ਫ੍ਰੀ ਟੂ ਟੇਕ ਐਨੀ ਡਿਸੀਜ਼ਨ। ਬਿਜ਼ਨਸ ਨੂੰ ਚਲਾਉਣ ਵਾਲਾ ਮੇਨ ਪਰਸਨ ਕੌਣ ਆ, ਮੇਨ ਇੰਚਾਰਜ ਕੌਣ ਆ, ਕਰਤਾ ਵਾ। ਠੀਕ ਆ। ਉਹ ਕੋਈ ਵੀ ਫੈਸਲਾ ਫ੍ਰੀਲੀ ਲੈ ਸਕਦਾ। ਮੋਰ ਓਵਰ ਅਦਰ ਫੈਮਿਲੀ ਮੈਂਬਰਸ ਕੈਨ ਨਾਟ ਇੰਟਰਫੇਅਰ ਇਨ ਦ ਮੈਨੇਜਮੈਂਟ ਆਫ ਬਿਜ਼ਨਸ। ਜਿਹੜੇ ਬਾਕੀ ਫੈਮਿਲੀ ਮੈਂਬਰ ਆ ਉਹ ਮੈਨੇਜਮੈਂਟ ਦੇ ਵਿੱਚ ਬਿਲਕੁਲ ਵੀ ਜਿਹੜਾ ਦਖਲਅੰਦਾਜ਼ੀ ਉਹ ਨਹੀਂ ਕਰਦੇ। ਸੋ ਹੀ ਇਜ਼ ਏਬਲ ਟੂ ਗਿਵ ਡਿਸਿਪਲਿਨਡ ਮੈਨੇਜਮੈਂਟ ਟੂ ਦਾ ਬਿਜ਼ਨਸ। ਸੋ ਇੱਕ ਡਿਸਿਪਲਿਨ ਤਰੀਕੇ ਦੇ ਨਾਲ ਉਹ ਮੈਨੇਜਮੈਂਟ ਨੂੰ ਚਲਾ ਸਕਦਾ ਵਾ। ਨੈਕਸਟ ਦੇਖੋ ਇਹਦਾ ਜਿਹੜਾ ਲਾਸਟ ਪੁਆਇੰਟ ਆ ਉਹ ਹੈ ਡਿਵੀਜ਼ਨ ਆਫ ਲੇਬਰ। It provides specialized services of the members because in this form of business work is assigned to all the members according to their competence। ਹੁਣ ਇਹਦੇ 'ਚ ਇਹ ਦੱਸਿਆ ਗਿਆ ਵਾ ਵੀ ਜਿਹੜਾ ਇਹਦੇ ਵਿੱਚ ਕੰਮ ਆ ਉਹ ਪ੍ਰੋਪਰ ਜਿਹੜੇ ਬਾਕੀ ਫੈਮਿਲੀ ਮੈਂਬਰਸ ਨੇ ਉਹਨਾਂ 'ਚ ਵੰਡਿਆ ਜਾਂਦਾ। ਕੰਮ ਵੰਡਣ ਤੋਂ ਪਹਿਲਾਂ ਕਿਹੜੀ ਚੀਜ਼ ਦੇਖੀ ਜਾਂਦੀ ਆ, ਉਹਨਾਂ ਦੀ ਕੰਪੀਟੈਂਸ, ਮਤਲਬ ਜਿਹੜਾ ਪਰਸਨ ਜਿਹੜਾ ਕੰਮ ਕਰਨ ਦੇ ਯੋਗ ਹੈਗਾ ਵਾ ਉਹਨੂੰ ਉਹੀ ਜਿਹੜਾ ਵਰਕ ਆ ਉਹ ਅਸਾਈਨ ਕੀਤਾ ਜਾਂਦਾ। ਠੀਕ ਆ। ਅੱਜ ਲਈ ਇੰਨਾ ਹੀ ਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਦੀਆਂ ਜਿਹੜੀਆਂ ਡਿਸਐਡਵਾਂਟੇਜਸ ਨੇ ਉਹ ਡਿਸਕਸ ਕਰਾਂਗੇ।